ਹੈਲੋ ਸਟੂਡੈਂਟ, ਗੁੱਡ ਮੋਰਨਿੰਗ ਬੇਟਾ। ਅੱਜ ਆਪਾਂ ਤੁਹਾਡੇ ਹਿਸਟਰੀ ਦੇ 12 ਚੈਪਟਰ ਬਾਰੇ ਰੀਡ ਕਰਾਂਗੇ। ਚੈਪਟਰ ਦਾ ਨੇਮ ਹੈ ਪੇਂਡੂ ਜੀਵਨ ਅਤੇ ਸਮਾਜ। ਓਕੇ, ਤਾਂ ਆਪਾਂ ਸਭ ਤੋਂ ਪਹਿਲਾਂ ਵੇਖਿਆ ਕਿ ਇਤਿਹਾਸ ਦੀ ਸ਼ੁਰੂਆਤ ਈਸਟ ਇੰਡੀਆ ਕੰਪਨੀ ਤੋਂ ਹੋ ਰਹੀ ਹੈ ਨਾ, ਵੀ ਈਸਟ ਇੰਡੀਆ ਕੰਪਨੀ ਭਾਰਤ ਵਿੱਚ ਕਿੱਦਾਂ ਆਈ, ਉਹਨਾਂ ਨੇ ਕਿੱਦਾਂ ਆਪਣਾ ਮਤਲਬ ਕਿ ਇੱਥੇ ਰਾਜ ਸਟੈਬਲਿਸ਼ ਕੀਤਾ। ਅਤੇ ਅਸਲ ਵਿੱਚ ਉਹ ਆਈ ਵਪਾਰ ਕਰਨ ਸੀਗੀ ਅਤੇ ਉਹਨਾਂ ਨੇ ਆਪਣਾ ਰਾਜ ਇੱਥੇ ਸਥਾਪਿਤ ਕਰ ਲਿਆ। ਅਤੇ ਉਹਨੂੰ ਹੀ ਇਹ ਜਿਹੜਾ ਮਤਲਬ ਕਿ ਪੇਂਡੂ ਜੀਵਨ ਅਤੇ ਸਮਾਜ ਆ, ਜਿਹੜੀ ਈਸਟ ਇੰਡੀਆ ਕੰਪਨੀ ਸੀਗੀ, ਅੰਗਰੇਜ਼ੀ ਸਾਮਰਾਜ ਸੀਗਾ, ਉਹਨੇ ਇੱਥੇ ਬਹੁਤ ਸਾਰੀਆਂ ਨੀਤੀਆਂ ਬਣਾਈਆਂ ਅਤੇ ਇਹਨਾਂ ਨੀਤੀਆਂ ਦੇ ਅਨੁਸਾਰ ਜਿਹੜੇ ਪੇਂਡੂ ਜੀਵਨ ਸੀਗਾ, ਉਹਨਾਂ ਦਾ ਸਮਾਜ ਸੀਗਾ ਹੈ ਨਾ, ਤਾਂ ਉਹਨਾਂ ਨੂੰ ਚਲਾਇਆ। ਠੀਕ ਆ, ਹੁਣ ਆਪਾਂ ਵੇਖਦੇ ਹਾਂ ਲੈਸਨ ਵਿੱਚ ਜਿਹੜਾ ਅੰਗਰੇਜ਼ੀ ਸਾਮਰਾਜ ਸਮੇਂ ਭਾਰਤ ਵਿੱਚ ਬਹੁਤ ਸਾਰੀਆਂ ਆਰਥਿਕ ਤਬਦੀਲੀਆਂ ਹੋਈਆਂ। ਜਿਹੜਾ ਅੰਗਰੇਜ਼ੀ ਸਾਮਰਾਜ ਸੀਗਾ ਉਸ ਸਮੇਂ ਕੀ ਹੋਇਆ, ਭਾਰਤ ਵਿੱਚ ਬਹੁਤ ਸਾਰੀਆਂ ਆਰਥਿਕ ਤਬਦੀਲੀਆਂ, ਭਾਵ ਕਿ ਆਰਥਿਕ ਤੌਰ 'ਤੇ ਬਹੁਤ ਸਾਰੀਆਂ ਤਬਦੀਲੀਆਂ ਹੋਈਆਂ। ਅੰਗਰੇਜ਼ਾਂ ਦੁਆਰਾ ਅਪਣਾਈਆਂ ਗਈਆਂ ਆਰਥਿਕ ਨੀਤੀਆਂ ਕਾਰਨ ਭਾਰਤੀ ਉਦਯੋਗ ਤਬਾਹ ਹੋ ਗਏ, ਕਿਉਂਕਿ ਅੰਗਰੇਜ਼ਾਂ ਨੇ ਬਹੁਤ ਸਾਰੀਆਂ ਆਰਥਿਕ ਨੀਤੀਆਂ ਬਣਾ ਲਈਆਂ ਸੀਗੀਆਂ, ਜਿਹਦੇ ਕਰਕੇ ਕੀ ਹੋ ਰਿਹਾ ਸੀਗਾ, ਦਿਨ ਪ੍ਰਤੀ ਦਿਨ ਕੀ ਹੋ ਰਿਹਾ ਸੀ, ਜਿਹੜੇ ਭਾਰਤੀ ਲੋਕ ਸੀਗੇ ਉਹਨਾਂ ਨੂੰ ਬਹੁਤ ਜ਼ਿਆਦਾ ਮਾਤਰਾ ਵਿੱਚ ਅੰਗਰੇਜ਼ਾਂ ਨੂੰ ਪੈਸੇ ਦੇਣੇ ਪੈਂਦੇ ਸੀ, ਜਿਸ ਕਰਕੇ ਉਹਨਾਂ ਦੇ ਉਦਯੋਗ ਵੀ ਤਬਾਹ ਹੋ ਗਏ। ਕਿਉਂਕਿ ਹੁਣ ਦੇਖੋ, ਅੰਗਰੇਜ਼ਾਂ ਨੇ ਆਪਣੀਆਂ ਇੰਡਸਟਰੀ ਖੋਲ੍ਹਣੀਆਂ, ਆਪਣੀਆਂ ਮਿੱਲਾਂ ਖੋਲ੍ਹਣੀਆਂ ਹੈ ਨਾ, ਤਾਂ ਜਿਹੜਾ ਕਿ ਵੈਸਟਰਨ ਜਿਹੜਾ ਕਲਚਰ ਇੱਥੇ ਅਡੋਪਟ ਮਤਲਬ ਕਿ ਆਪਣਾ ਉਹਨਾਂ ਨੇ ਇੱਥੇ ਸਥਾਪਿਤ ਕਰਤਾ, ਅਤੇ ਲੋਕ ਵੀ ਉੱਧਰ ਨੂੰ ਚਲੇ ਗਏ, ਕਿਉਂਕਿ ਅੰਗਰੇਜ਼ਾਂ ਨੇ ਭਾਰਤ ਵਿੱਚ ਕੁਝ ਨਵੇਂ ਉਦਯੋਗਾਂ ਦੀ ਸਥਾਪਨਾ ਕੀਤੀ, ਭਾਵ ਨਵੇਂ ਉਦਯੋਗ ਖੋਲ੍ਹ ਦਿੱਤੇ। ਠੀਕ ਆ, ਉਹਨਾਂ ਦਾ ਉਦੇਸ਼ ਅੰਗਰੇਜ਼ਾਂ ਦੇ ਸਵਰਥ ਨੂੰ ਪੂਰਾ ਕਰਨਾ। ਹੁਣ ਦੇਖੋ, ਅੱਜ ਵੀ ਵੇਖਦੇ ਆਪਾਂ ਈਜ਼ੀ ਡੇ ਖੋਲ੍ਹੇ ਹੋਏ ਆ ਨਾ, ਤਾਂ ਹੁਣ ਵੀ ਮਤਲਬ ਕਿ ਉਹ ਵਪਾਰ ਕਰ ਰਹੇ ਆ, ਹੁਣ ਵੀ ਮਤਲਬ ਕਿ ਬਹੁਤ ਵੱਡੀ ਮਾਤਰਾ ਵਿੱਚ ਇੰਡੀਆ ਤੋਂ ਕੀ ਆ ਪੈਸੇ ਲੈ ਰਹੇ ਆ। ਠੀਕ ਆ, ਪ੍ਰੋਫਿਟ ਕਮਾ ਰਹੇ ਆ। ਅੰਗਰੇਜ਼ਾਂ ਨੇ ਭਾਰਤ ਵਿੱਚ ਲਗਾਨ ਇਕੱਠਾ ਕਰਨ ਦੇ ਲਈ ਸਥਾਈ ਬੰਦੋਬਸਤ, ਰਿਆਇਤਵਾੜੀ ਅਤੇ ਮਹਿਲਵਾੜੀ ਪ੍ਰਬੰਧ ਲਾਗੂ ਕੀਤੇ। ਠੀਕ ਆ, ਜਿਹੜਾ ਅੰਗਰੇਜ਼ਾਂ ਨੇ ਭਾਰਤ ਵਿੱਚ ਲਗਾਨ ਇਕੱਠਾ ਕਰਨ ਲਈ ਕੀ ਕੀਤਾ, ਸਥਾਈ ਬੰਦੋਬਸਤ ਦੀ ਪ੍ਰਣਾਲੀ ਅਪਣਾਈ, ਰਿਆਇਤਵਾੜੀ ਪ੍ਰਬੰਧ ਲਾਗੂ ਕੀਤਾ ਅਤੇ ਮਹਿਲਵਾੜੀ ਪ੍ਰਬੰਧ ਲਾਗੂ ਕੀਤਾ। ਠੀਕ ਆ, ਅੰਗਰੇਜ਼ਾਂ ਦੀਆਂ ਖੇਤੀਬਾੜੀ ਸੰਬੰਧੀ ਨੀਤੀਆਂ। ਹੁਣ ਜਿਹੜੀਆਂ ਇਹ ਤਿੰਨ ਨੀਤੀਆਂ ਸੀਗੀਆਂ, ਤਿੰਨ ਪ੍ਰਬੰਧ ਸੀਗੇ, ਅੰਗਰੇਜ਼ਾਂ ਨੇ ਖੇਤੀਬਾੜੀ ਦੀਆਂ ਨੀਤੀਆਂ ਸੰਬੰਧੀ ਲਾਏ। ਠੀਕ ਆ, ਆਪਾਂ ਗੱਲ ਕਰਦੇ ਭਾਰਤ ਵਿੱਚ ਅੰਗਰੇਜ਼ਾਂ ਦੀਆਂ ਖੇਤੀਬਾੜੀ ਸੰਬੰਧੀ ਨੀਤੀਆਂ ਦਾ ਮੁੱਖ ਉਦੇਸ਼ ਭਾਰਤ ਵਿੱਚੋਂ ਵੱਧ ਤੋਂ ਵੱਧ ਧਨ ਪ੍ਰਾਪਤ ਕਰਨਾ, ਭਾਵ ਧਨ ਇਕੱਠਾ ਕਰਨਾ। ਅੰਗਰੇਜ਼ਾਂ ਨੇ ਇਸ ਉਦੇਸ਼ ਨੂੰ ਮੁੱਖ ਰੱਖਦੇ ਹੋਏ ਭਾਰਤ ਵਿੱਚ ਵੱਖ-ਵੱਖ ਲਗਾਨ ਪ੍ਰਣਾਲੀਆਂ ਲਾਗੂ ਕੀਤੀਆਂ, ਭਾਵ ਲਗਾਨ ਕਰ ਲੈਣਾ। ਠੀਕ ਆ, ਵੀ ਜਿਹੜੇ ਅੰਗਰੇਜ਼ ਸੀਗੇ ਉਹ ਭਾਰਤੀ ਲੋਕਾਂ ਤੋਂ ਜਿਹੜੇ ਇਹ ਪ੍ਰਬੰਧ ਨੇ, ਸਥਾਈ ਬੰਦੋਬਸਤ ਸੀਗਾ, ਰਿਆਇਤਵਾੜੀ ਸੀਗਾ, ਮਹਿਲਵਾੜੀ, ਜਿਹੜੇ ਪ੍ਰਬੰਧ ਲਾਗੂ ਕਰਕੇ ਭਾਰਤੀ ਲੋਕਾਂ ਤੋਂ ਵੱਡੀ ਮਾਤਰਾ ਵਿੱਚ ਕਰ ਲਏ ਅਤੇ ਉਹਨਾਂ ਤੋਂ ਬਹੁਤ ਸਾਰਾ ਮੁਨਾਫਾ ਕਮਾਇਆ। ਹੁਣ ਦੇਖੋ, ਫਸਟਲੀ ਜਿਹੜੀ ਨੀਤੀ ਸੀ, ਖੇਤੀਬਾੜੀ ਸੰਬੰਧੀ ਨੀਤੀ ਸੀਗੀ, ਜਿਹੜੀ ਠੇਕੇ ਅਤੇ ਭੂਮੀ ਦਾ ਪ੍ਰਬੰਧ, ਭਾਵ ਠੇਕੇ ਅਤੇ ਭੂਮੀ ਦੇ ਪ੍ਰਬੰਧ ਵਿੱਚ ਉਹਨਾਂ ਨੇ ਮਤਲਬ ਕਿ ਜਿਹੜੀ ਇਹ ਨੀਤੀ ਬਣਾਈ, ਇਹ ਕਿਹਨੇ ਅਪਣਾਈ ਸੀਗੀ, ਲਾਰਡ ਵਾਰਨ ਹੇਸਟਿੰਗ ਦੇ ਲਗਾਨ ਇਕੱਠਾ ਕਰਨ ਲਈ। ਠੀਕ ਆ, 5 ਸਾਲਾ ਠੇਕੇ ਦਾ ਪ੍ਰਬੰਧ ਕੀਤਾ। ਇਸ ਅਨੁਸਾਰ ਸਭ ਤੋਂ ਵੱਧ ਬੋਲੀ ਦੇਣ ਵਾਲੇ ਨੂੰ 5 ਸਾਲਾਂ ਲਈ ਭੂਮੀ ਕਰ ਇਕੱਠਾ ਕਰਨ ਦਾ ਅਧਿਕਾਰ ਦਿੱਤਾ ਗਿਆ, ਵੀ ਜਿਹੜਾ ਸਭ ਤੋਂ ਵੱਧ ਬੋਲੀ ਦੇਵੇਗਾ। ਠੀਕ ਆ, ਮਤਲਬ ਕਿ ਜਿੱਦਾਂ ਜ਼ਮੀਨ ਹੈਗੀ ਆ 20,000 ਦੀ, ਠੀਕ ਆ, ਜੇਕਰ 20,000 ਤੋਂ ਕੋਈ ਉੱਪਰ ਬੋਲੀ ਦਾ ਮਤਲਬ ਕਿ ਪੈਸੇ ਲਾਉਂਦਾ, ਤਾਂ ਉਹਨੂੰ ਕੀ ਆ 5 ਸਾਲ ਲਈ ਭੂਮੀ ਕਰ ਇਕੱਠਾ ਕਰਨ ਦਾ ਅਧਿਕਾਰ ਦਿੱਤਾ ਗਿਆ। ਠੀਕ ਹੈ, ਪਰੰਤੂ 1777 ਵਿੱਚ ਉਸਨੇ 5 ਸਾਲਾ ਠੇਕੇ ਦੀ ਥਾਂ 1 ਸਾਲ ਠੇਕੇ ਦਾ ਪ੍ਰਬੰਧ ਸ਼ੁਰੂ ਕੀਤਾ। ਇਸ ਅਨੁਸਾਰ ਠੇਕੇਦਾਰ ਕਿਸਾਨਾਂ ਨੂੰ ਵੱਧ ਤੋਂ ਵੱਧ ਲੁੱਟਦੇ ਸੀ। ਜਿਹੜੇ ਠੇਕੇਦਾਰ ਸੀਗੇ ਉਹ ਕਿਸਾਨਾਂ ਨੂੰ ਕੀ ਆ ਬਹੁਤ ਵੱਡੀ ਮਾਤਰਾ ਵਿੱਚ ਉਹਨਾਂ ਦੀ ਲੁੱਟ ਕਰਦੇ ਸੀ, ਉਹਨਾਂ ਨੂੰ ਲੁੱਟਦੇ ਰਹਿੰਦੇ ਸੀਗੇ। ਤਾਂ ਕੀ ਹੋਇਆ, ਇਹਦੇ ਆਪਾਂ ਦੋਸ਼ ਵੇਖ ਲੈਂਦੇ ਇਹਦੇ ਵਿੱਚ, ਕਿ ਇਸ ਕਾਰਨ ਕਿਸਾਨਾਂ ਦੀ ਜਿਹੜੀ ਆਰਥਿਕ ਹਾਲਾਤ ਸੀਗੇ ਉਹ ਖਰਾਬ ਹੋ ਗਏ ਹੈ ਨਾ, ਆਰਥਿਕ ਹਾਲਾਤ ਜਿਹੜੀ ਬਹੁਤ ਖਰਾਬ ਹੋ ਗਏ ਸੀਗੇ, ਉਹਨਾਂ ਦੀ ਆਰਥਿਕ ਤੌਰ 'ਤੇ ਕੀ ਉਹ ਕਮਜ਼ੋਰ ਹੋ ਗਏ ਸੀ। ਠੀਕ ਆ, ਇਸ ਕਰਕੇ ਲਾਰਡ ਕਾਰਨਵਾਲਿਸ ਨੇ 1793 ਵਿੱਚ ਬੰਗਾਲ ਅਤੇ ਬਿਹਾਰ ਦੇ ਪ੍ਰਾਂਤਾਂ ਵਿੱਚ ਸਥਾਈ ਬੰਦੋਬਸਤ ਪ੍ਰਬੰਧ ਸ਼ੁਰੂ ਕੀਤਾ। ਸਥਾਈ ਬੰਦੋਬਸਤ ਪ੍ਰਬੰਧ ਜਿਹੜਾ, ਕਿਉਂਕਿ ਇਹ ਦੋਸ਼ਪੂਰਨ ਹੋ ਗਿਆ ਸੀ। ਇਸ ਤੋਂ ਬਾਅਦ ਕਾਰਨਵਾਲਿਸ ਸੀਗਾ ਜਿਹੜਾ, ਉਹਨੇ ਕੀ ਆ ਬਿਹਾਰ ਅਤੇ ਬੰਗਾਲ ਵਿੱਚ ਸਥਾਈ ਬੰਦੋਬਸਤ ਪ੍ਰਬੰਧ ਕੀ ਆ ਸ਼ੁਰੂ ਕੀਤਾ 1793 ਵਿੱਚ। ਹੁਣ ਸਥਾਈ ਬੰਦੋਬਸਤ ਕੀ ਸੀਗਾ, 1793 ਈਸਵੀ ਵਿੱਚ ਲਾਰਡ ਕਾਰਨਵਾਲਿਸ ਨੇ ਬੰਗਾਲ ਵਿੱਚ
ਸਥਾਈ ਬੰਦੋਬਸਤ ਭੂਮੀ ਲਗਾਨ ਪ੍ਰਬੰਧ ਸ਼ੁਰੂ ਕੀਤਾ। ਠੀਕ ਹੈ, ਭਾਵ ਭੂਮੀ ਲਗਾਨ ਪ੍ਰਬੰਧ ਜਿਹਨਾਂ ਨੇ ਸ਼ੁਰੂ ਕੀਤਾ ਤਾਂ ਬਾਅਦ ਵਿੱਚ ਇਹ ਸਥਾਈ ਬੰਦੋਬਸਤ ਪ੍ਰਬੰਧ ਬਿਹਾਰ, ਉੜੀਸਾ, ਬਨਾਰਸ, ਉੱਤਰੀ ਭਾਰਤ ਵਿੱਚ ਵੀ ਲਾਗੂ ਕੀਤਾ ਗਿਆ। ਠੀਕ ਹੈ, ਪਹਿਲਾਂ ਉਹਨਾਂ ਨੇ ਕਿੱਥੇ ਕੀਤਾ ਸੀਗਾ? ਬੰਗਾਲ ਅਤੇ ਬਿਹਾਰ ਵਿੱਚ ਕੀਤਾ ਸੀਗਾ। ਬਾਅਦ ਵਿੱਚ ਕੀ ਹੋਇਆ, ਇਹ ਬਨਾਰਸ, ਉੜੀਸਾ ਅਤੇ ਉੱਤਰੀ ਭਾਰਤ ਵਿੱਚ ਵੀ ਲਾਗੂ ਕੀਤਾ ਗਿਆ। ਇਸ ਪ੍ਰਬੰਧ ਅਨੁਸਾਰ ਜ਼ਿਮੀਂਦਾਰਾਂ ਨੂੰ ਹਮੇਸ਼ਾ ਲਈ ਭੂਮੀ ਦੇ ਮਾਲਕ ਬਣਾ ਦਿੱਤਾ ਗਿਆ। ਜਿਹੜੇ ਜ਼ਿਮੀਂਦਾਰ ਸੀ ਹੁਣ ਉਹਨਾਂ ਨੂੰ ਹਮੇਸ਼ਾ ਲਈ ਭੂਮੀ ਦੇ ਮਾਲਕ ਬਣਾ ਦਿੱਤਾ ਗਿਆ। ਠੀਕ ਹੈ, ਉਹਨਾਂ ਦੁਆਰਾ ਸਰਕਾਰਾਂ ਨੂੰ ਦਿੱਤਾ ਜਾਣ ਵਾਲਾ ਲਗਾਨ ਨਿਸ਼ਚਿਤ ਕਰ ਦਿੱਤਾ ਗਿਆ, ਜੋ ਜ਼ਿਮੀਂਦਾਰ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਂਦੇ ਸੀ। ਠੀਕ ਹੈ, ਵੀ ਹੁਣ ਜਿਹੜੇ ਸੀਗੇ ਜ਼ਿਮੀਂਦਾਰ, ਇਹ ਸਥਾਈ ਬੰਦੋਬਸਤ ਦੇ ਅਨੁਸਾਰ ਕੀ ਸੀਗਾ ਕਿ ਜਿਹੜੇ ਜ਼ਿਮੀਂਦਾਰ ਸੀਗੇ ਉਹਨਾਂ ਨੂੰ ਭੂਮੀ ਦੇ ਪੂਰੇ ਸੂਰੇ ਮਾਲਕ ਬਣਾ ਦਿੱਤਾ ਗਿਆ, ਅਤੇ ਜੋ ਉਹਨਾਂ ਨੂੰ ਇੱਕ ਉਹਨਾਂ ਦਾ ਜਿਹੜਾ ਕਰ ਸੀਗਾ, ਲਗਾਨ ਸੀ, ਉਹ ਨਿਸ਼ਚਿਤ ਕਰਤਾ ਵੀ ਜੇ ਸਾਲ ਵਿੱਚ ਤੁਸੀਂ 50,000 ਦੇਣਾ ਜਾਂ ਮਤਲਬ ਕਿ 60,000 ਦੇਣਾ। ਠੀਕ ਆ, ਇਹ ਤੁਸੀਂ ਦੇਣਾ ਹੀ ਦੇਣਾ, ਜੋ ਜ਼ਿਮੀਂਦਾਰ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਂਦੇ ਸਨ। ਠੀਕ ਹੈ, ਉਹਨਾਂ ਨੂੰ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾਉਣਾ ਪੈਂਦਾ ਸੀ ਜਦੋਂ ਫਸਲ ਦੀ ਕਟਾਈ ਹੁੰਦੀ ਸੀ, ਜਦੋਂ ਫਸਲ ਪੱਕ ਜਾਂਦੀ ਸੀ। ਠੀਕ ਹੈ, ਉਹਨੂੰ ਵੱਢ ਕੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾਉਣਾ ਪੈਂਦਾ ਸੀ ਇਹ ਲਗਾਨ। ਇਸ ਤੋਂ ਬਾਅਦ ਸਥਾਈ ਬੰਦੋਬਸਤ ਦੇ ਦੋਸ਼ ਕਿਹੜੇ ਕਿਹੜੇ ਆ? ਠੀਕ ਹੈ, ਇਹਦੇ ਵਿੱਚ ਦੋਸ਼ ਵੀ ਆ ਗਏ ਸੀ ਬਹੁਤ ਸਾਰੇ, ਤਾਂ ਆਪਾਂ ਉਹਦੇ ਬਾਰੇ ਪੜ੍ਹਦੇ ਹਾਂ। ਜ਼ਿਮੀਂਦਾਰ ਕਿਸਾਨਾਂ ਉੱਤੇ ਬਹੁਤ ਅਤਿਆਚਾਰ ਕਰਦੇ ਸੀ। ਜਿਹੜੇ ਜ਼ਿਮੀਂਦਾਰ ਸੀ ਉਹ ਕਿਸਾਨਾਂ ਉੱਤੇ ਬਹੁਤ ਅਤਿਆਚਾਰ ਕਰਨ ਲੱਗੇ। ਠੀਕ ਆ, ਕਿਉਂਕਿ ਇਹਦੇ ਵਿੱਚ ਕੀ ਸੀਗਾ ਕਿ ਜ਼ਿਮੀਂਦਾਰਾਂ ਨੂੰ ਮਤਲਬ ਕਿ ਭੂਮੀ ਦੇ ਮਾਲਕ ਬਣਾ ਦਿੱਤਾ ਗਿਆ ਸੀ, ਤਾਂ ਉਹ ਕਿਸਾਨਾਂ ਦਾ ਬਹੁਤ ਜਿਹੜੇ ਸ਼ੋਸ਼ਣ ਕਰਨ ਲੱਗੇ। ਠੀਕ ਹੈ, ਉਹਨਾਂ ਤੋਂ ਬਹੁਤ ਜਿਹੜੇ ਵੱਡੀ ਮਾਤਰਾ ਵਿੱਚ ਪ੍ਰੋਫਿਟ ਕਮਾਉਣ ਲੱਗ ਗਏ, ਹੈ ਨਾ। ਅਤੇ ਸਰਕਾਰ ਨੂੰ ਇਸ ਨਾਲ ਆਰਥਿਕ ਹਾਨੀ ਹੋਈ, ਕਿਉਂਕਿ ਉਸ ਦੀ ਆਮਦਨ ਭੂਮੀ ਕਰ ਤਾਂ ਨਿਸ਼ਚਿਤ ਸੀ, ਪਰੰਤੂ ਉਸ ਦਾ ਖਰਚ ਵੱਧ ਰਿਹਾ ਸੀ। ਓਕੇ, ਕਰਾਂ ਦਾ ਬੋਝ ਖੇਤੀਬਾੜੀ ਨਾ ਕਰਨ ਵਾਲੇ ਹੋਰ ਧੰਦੇ ਦੇ ਲੋਕਾਂ 'ਤੇ ਪੈਣ ਲੱਗਾ। ਜਿਹੜੇ ਖੇਤੀਬਾੜੀ ਨਹੀਂ ਕਰਦੇ ਸੀ, ਸਰਕਾਰ ਹੋਰ ਧੰਦੇ ਦੇ ਲੋਕਾਂ ਤੋਂ ਪੈਸੇ ਲੈਣ ਲੱਗੀ, ਟੈਕਸ ਲੈਣ ਲੱਗ ਗਈ। ਸਰਕਾਰ ਦਾ ਕਿਸਾਨਾਂ ਨਾਲ ਕੋਈ ਸਿੱਧਾ ਸੰਪਰਕ ਨਹੀਂ ਸੀ। ਠੀਕ ਹੈ, ਹੁਣ ਕਿਉਂਕਿ ਜ਼ਿਮੀਂਦਾਰਾਂ ਦਾ ਇਸ ਕਿਸਾਨਾਂ ਦਾ ਸਿੱਧਾ ਸੰਪਰਕ ਸੀਗਾ ਅਤੇ ਸਰਕਾਰ ਦਾ ਸੰਬੰਧ ਟੁੱਟ ਗਿਆ ਸੀਗਾ। ਸਥਾਈ ਬੰਦੋਬਸਤ ਨੇ ਬਹੁਤ ਸਾਰੇ ਜ਼ਿਮੀਂਦਾਰਾਂ ਨੂੰ ਅਸਲੀ ਐਸ਼ਪ੍ਰਸਤ ਬਣਾ ਦਿੱਤਾ, ਆਲਸੀ ਐਸ਼ਪ੍ਰਸਤ ਬਣਾ ਦਿੱਤਾ, ਭਾਵ ਕਿਉਂਕਿ ਉਹਨਾਂ ਨੂੰ ਹੁਣ ਘਰ ਬੈਠਿਆਂ ਨੂੰ ਪ੍ਰੋਫਿਟ ਮਿਲਦਾ ਸੀ, ਬਹੁਤ ਜ਼ਿਆਦਾ ਮਾਤਰਾ ਵਿੱਚ ਉਹ ਲੁੱਟ ਰਹੇ ਸੀਗੇ ਕਿਸਾਨਾਂ ਨੂੰ, ਅਤੇ ਹੁਣ ਕੀ ਉਹ ਆਲਸੀ ਬਣ ਚੁੱਕੇ ਸੀਗੇ ਅਤੇ ਆਪਣੇ ਐਸ਼ਪ੍ਰਸਤ ਵਾਲਾ ਜੀਵਨ ਬਤੀਤ ਕਰਦੇ ਸੀਗੇ। ਇਸ ਤੋਂ ਬਾਅਦ ਰਹਿਤਵਾੜੀ ਪ੍ਰਬੰਧ। ਸਥਾਈ ਬੰਦੋਬਸਤ ਦੇ ਦੋਸ਼ ਦੂਰ ਜਿਹੜਾ ਸਥਾਈ ਬੰਦੋਬਸਤ ਸੀਗਾ ਦੇ ਦੋਸ਼ ਦੂਰ ਕਰਨ ਲਈ 1820 ਈਸਵੀ ਵਿੱਚ ਅੰਗਰੇਜ਼ ਅਫਸਰ ਥਾਮਸ ਮੁਨਰੋ ਨੇ ਮਦਰਾਸ ਅਤੇ ਮੁੰਬਈ ਵਿੱਚ ਰਹਿਤਵਾੜੀ ਪ੍ਰਬੰਧ ਲਾਗੂ ਕੀਤਾ। ਇਸ ਅਨੁਸਾਰ ਸਰਕਾਰ ਨੇ ਕਿਸਾਨਾਂ ਤੋਂ ਸਿੱਧਾ ਭੂਮੀ ਲਗਾਨ ਸੀਗਾ ਜਿਹੜਾ ਲੈਣ ਦਾ ਫੈਸਲਾ ਕੀਤਾ। ਜਿਹੜੇ ਹੁਣ ਵੇਖੋ, ਹੁਣ ਰਹਿਤਵਾੜੀ ਸੀਗੀ ਜਿਹੜੀ, ਹੁਣ ਇਹਦੇ ਵਿੱਚ ਕੀ ਸੀਗਾ, ਕਿਸਾਨਾਂ ਅਤੇ ਸਰਕਾਰ ਦਾ ਸਿੱਧਾ ਸੰਬੰਧ ਕਾਇਮ ਹੋ ਗਿਆ ਸੀਗਾ। ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ ਗਿਆ। ਪਹਿਲਾਂ ਕੀ ਸੀਗਾ, ਸਥਾਈ ਬੰਦੋਬਸਤ ਵਿੱਚ ਕੀ ਸੀਗਾ ਕਿ ਜਿਹੜੇ ਜ਼ਿਮੀਂਦਾਰ ਸੀ ਉਹ ਜ਼ਮੀਨਾਂ ਦੇ ਮਾਲਕ ਸੀਗੇ, ਅਤੇ ਹੁਣ ਕਿਸਾਨ ਆ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ ਗਿਆ। ਇਹਦੇ ਵਿੱਚ ਹੌਲੀ ਹੌਲੀ ਕਰ ਵਿੱਚ ਵਾਧਾ ਕਰ ਦਿੱਤਾ ਗਿਆ। ਹੁਣ ਇਹਦੇ ਦੋਸ਼ ਕਿਹੜੇ ਕਿਹੜੇ ਸੀਗੇ? ਰਹਿਤਵਾੜੀ ਪ੍ਰਬੰਧ ਅਧੀਨ ਜ਼ਿਮੀਂਦਾਰਾਂ ਦੀ ਬਜਾਏ ਸਰਕਾਰ ਨੇ ਕਿਸਾਨਾਂ ਦਾ ਸ਼ੋਸ਼ਣ ਕਰਦੀ ਸੀ। ਠੀਕ ਹੈ, ਕਿਸਾਨਾਂ ਤੋਂ ਉਪਜ ਦਾ ਕਾਫੀ ਹਿੱਸਾ ਲਗਾਨ ਦੇ ਰੂਪ ਵਿੱਚ ਲਿਆ ਜਾਂਦਾ ਸੀਗਾ। ਠੀਕ ਹੈ, ਕਿਸਾਨਾਂ ਦਾ ਹੁਣ ਸ਼ੋਸ਼ਣ ਹੋਣ ਲੱਗ ਗਿਆ। ਇਹਦੇ ਵਿੱਚ ਵੀ ਇਹਦੇ ਦੋਸ਼ ਜਿਹੜੇ ਸੀਗੇ, ਅਤੇ ਉਹਨਾਂ ਤੋਂ ਉਪਜ ਦਾ ਕਾਫੀ ਹਿੱਸਾ ਕੀ ਆ, ਹਿੱਸੇ ਦੇ ਰੂਪ ਵਿੱਚ ਲਗਾਨ ਦੇ ਹਿੱਸੇ ਦੇ ਰੂਪ ਵਿੱਚ ਲੈਣਾ ਸ਼ੁਰੂ ਕਰਤਾ। ਬਹੁਤ ਸਾਰੇ ਗਰੀਬ ਕਿਸਾਨਾਂ ਨੂੰ ਲਗਾਨ ਦੀ ਰਕਮ ਅਦਾ ਕਰਨ ਲਈ ਸ਼ਾਹੂਕਾਰਾਂ ਤੋਂ ਕਰਜ਼ਾ ਲੈਣ ਦੇ ਬਦਲੇ ਆਪਣੀਆਂ ਜ਼ਮੀਨਾਂ ਗਹਿਣੇ ਰੱਖਣੀਆਂ ਪੈਂਦੀਆਂ ਸੀ। ਦੇਖੋ, ਕਿਉਂਕਿ ਹੁਣ ਸਰਕਾਰ ਨੂੰ ਬਹੁਤ ਸਾਰਾ ਕਰਜ਼ਾ ਦੇਣਾ ਪੈਂਦਾ ਸੀਗਾ, ਤਾਂ ਉਹ ਮਤਲਬ ਕਈ ਵਾਰੀ ਹੁਣ ਫਸਲ ਨਹੀਂ ਹੁੰਦੀ ਸੀ, ਜਾਂ ਫਸਲ ਖਰਾਬ ਹੋ ਜਾਂਦੀ ਸੀ, ਜਾਂ ਫਸਲ 'ਚ ਇੰਨਾ ਪ੍ਰੋਫਿਟ ਨਹੀਂ ਹੁੰਦਾ ਸੀ, ਤਾਂ ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਸ਼ਾਹੂਕਾਰਾਂ ਤੋਂ ਕੀ ਆ, ਕਰਜ਼ਾ ਲੈਣ ਲਈ ਆਪਣੀਆਂ ਜ਼ਮੀਨਾਂ ਗਹਿਣੇ ਰੱਖਣੀਆਂ ਪੈਂਦੀਆਂ ਸੀ। ਇਸ ਤੋਂ ਬਾਅਦ ਮਹਿਲਵਾੜੀ ਪ੍ਰਬੰਧ ਜਿਹੜਾ ਕੀ ਆ ਲਾਗੂ ਕੀਤਾ ਗਿਆ। ਰਹਿਤਵਾੜੀ ਲਗਾਨ ਪ੍ਰਬੰਧ ਦੇ ਦੋਸ਼ਾਂ ਨੂੰ ਦੂਰ ਕਰਨ ਲਈ, ਕਿਉਂਕਿ ਹੁਣ ਵੇਖੋ ਆਪਾਂ ਤਿੰਨੇ ਬੜੇ ਆ, ਸਥਾਈ ਬੰਦੋਬਸਤ ਹੋ ਗਿਆ, ਰਹਿਤਵਾੜੀ ਹੋ ਗਿਆ ਅਤੇ ਮਹਿਲਵਾੜੀ। ਹੁਣ ਇਹਨਾਂ ਸਥਾਈ ਬੰਦੋਬਸਤ ਅਤੇ ਰਹਿਤਵਾੜੀ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਦੋਨਾਂ ਨੂੰ, ਤਾਂ ਜਿਹੜਾ ਸੀਗਾ ਅੰਗਰੇਜ਼ਾਂ ਨੇ ਭਾਰਤ ਦੇ ਲੋਕਾਂ ਲਈ ਮਹਿਲਵਾੜੀ ਪ੍ਰਬੰਧ ਲਾਗੂ ਕੀਤਾ। ਠੀਕ ਆ,
ਤੇ ਇਹ ਕਿੱਥੇ ਕਿੱਥੇ ਕੀਤਾ ਗਿਆ ਮਹਿਲਵਾੜੀ ਪ੍ਰਬੰਧ ਲਾਗੂ? ਉੱਤਰ ਪ੍ਰਦੇਸ਼, ਪੰਜਾਬ, ਮੱਧ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਮਹਿਲਵਾੜੀ ਲਗਾਨ ਪ੍ਰਬੰਧ ਲਾਗੂ ਦੇ ਰੂਪ ਵਿੱਚ ਲਾਗੂ ਕੀਤਾ ਗਿਆ। ਠੀਕ ਹੈ। ਇਸ ਪ੍ਰਬੰਧ ਇਹ ਪ੍ਰਬੰਧ ਪਿੰਡ ਦੇ ਸਮੁੱਚੇ ਭਾਈਚਾਰੇ ਦੀ ਹੁੰਦੀ ਸੀ। ਠੀਕ ਆ, ਮਤਲਬ ਕਿ ਇਹ ਜਿਹੜਾ ਪ੍ਰਬੰਧ ਸੀਗਾ ਪਿੰਡ ਦੇ ਸਮੁੱਚੇ ਭਾਈਚਾਰੇ ਦਾ ਹੁੰਦਾ ਸੀਗਾ। ਠੀਕ ਆ, ਵੀ ਪਿੰਡ ਦੇ ਲੋਕ ਮਿਲ ਕੇ ਹੀ ਕਿਸੇ ਵੀ ਚੀਜ਼ ਦਾ ਫੈਸਲਾ ਕਰਦੇ ਸੀ। ਇਸ ਪ੍ਰਬੰਧ ਨੂੰ ਸਭ ਤੋਂ ਚੰਗਾ ਪ੍ਰਬੰਧ ਮੰਨਿਆ ਗਿਆ ਕਿਉਂਕਿ ਸਾਰੇ ਪਿੰਡ ਇਸ ਪ੍ਰਬੰਧ ਵਿੱਚ ਕੀ ਆ, ਸਾਰੇ ਪਿੰਡ ਦੇ ਲੋਕ ਆ ਜਾਂਦੇ ਸੀ। ਠੀਕ ਹੈ। ਮਹਿਲਵਾੜੀ ਪ੍ਰਬੰਧ ਵਿੱਚ ਇਸ ਪ੍ਰਬੰਧ ਦਾ ਮੁੱਖ ਦੋਸ਼ ਇਹ ਸੀ ਕਿ ਇਸ ਅਨੁਸਾਰ ਲੋਕਾਂ ਨੂੰ ਬਹੁਤ ਜ਼ਿਆਦਾ ਭੂਮੀ ਲਗਾਨ ਦੇਣਾ ਪੈਂਦਾ ਸੀ। ਠੀਕ ਹੈ ਬੇਟਾ। ਤੇ ਨੈਕਸਟ ਆਪਾਂ ਹਜੇ ਇੰਨਾ ਕਰਾਂਗੇ। ਆਈ ਹੋਪ ਕਿ ਤੁਹਾਨੂੰ ਸਮਝ ਲੱਗਿਆ ਹੋਵੇਗਾ ਪਹਿਲੀ ਵੀਡੀਓ 'ਚ। ਇਸੇ ਲੈਸਨ ਨੂੰ ਅੱਗੇ ਤੋਰਾਂਗੇ। ਧੰਨਵਾਦ।